National Unity Day. 31st October 2022. Government College of Education. Fairkit. When I is replaced with we, even the illness become wellness. So we wish you all Happy National Unity Day. Good morning to Honorable Principal Sir, teachers and dear friends. As all you are aware, today is National Unity Day or Rashtriya Ekta Divas. Every year on October 31st, National Unity Day commemorates the birth anniversary of India's Iron Man, Sardar Vallabhbhai Patel, who actually unified the country. As we all know that no program can be started without remembering the creator of the whole world. So all of you please be ready in a prayer position. जो मांगे ठाकुर अपने ते सोई सोई देवै जो मांगे ठाकुर अपने ते सोई सोई देवै नानक दास मुख ते जो बोले इहाँ उहाँ सच होवे जो मांगे ठाकुर अपने सोई सोई देवै चतुर्दिशा की नो बले अपना सिर ऊपर कर तार्यो कृपा के थाके अवलोकन कीनो दास का दुख विदार्यो जो मांगे ठाकुर अपने ते सोई सोई देवै जो मांगे ठाकुर अपने ते सोई सोई देवै हज राखे गुरु गोविंद राखे गुरु गोविंद कंठ लाए अब गुण सब मेटे दयाल पुरख बख्शंद जो मांगे ठाकुर अपने ते सोई सोई देवै जो मांगे ठाकुर अपने ते सोई सोई देवै. Now we want to take permission to start the assembly. Sir, shall we start? ये नफरत बुरी है ना पालो इसे, दिलों में उलझन है निकालो इसे, ना इसका ना उसका ना तेरा ना मेरा, ये वतन है हम सबका बचा लो इसे, ये वतन है हम सबका बचा लो इसे. India with 28 states, 1600 languages, 6400 castes and 4 major religions is a land of a huge diversity. So the spirit of national integration is the most distinguishing feature of a vast country like India. Sardar Patel contributed to unification of India. This day is to honor the efforts of this great man. He said, manpower without unity is not a strength unless it is harmonized and united properly. Then it becomes a spiritual power. Speech serves an important medium for presenting information in society and various other institutions. Now I would like to invite Amandeep Kaur to come on the stage with her speech. ਸਤਿਕਾਰਯੋਗ ਪ੍ਰਿੰਸੀਪਲ ਸਰ, ਅਧਿਆਪਕ ਸਹਿਬਾਨ ਅਤੇ ਮੇਰੇ ਸਾਰੇ ਵਿਦਿਆਰਥੀ ਸਾਥੀਓ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਅਮਨਦੀਪ ਕੌਰ, ਮੈਂ ਵੱਲਭ ਭਾਈ ਪਟੇਲ ਸਾਹਿਬ ਜੀ ਦੀ ਜੀਵਨੀ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਸਰਦਾਰ ਵੱਲਭ ਭਾਈ ਪਟੇਲ ਦਾ ਜਨਮ 21 ਅਕਤੂਬਰ 1875 ਈਸਵੀ ਵਿੱਚ ਹੋਇਆ ਸੀ। ਉਹ ਇੱਕ ਛੋਟੇ ਜਿਹੇ ਉਹਨਾਂ ਦਾ ਜਨਮ ਇੱਕ ਛੋਟੇ ਜਿਹੇ ਨਿਦਾਨ ਪਿੰਡ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਜਾਵਰ ਸਿੰਘ ਜੋ ਕਿ ਕਿਸਾਨ ਸਨ ਅਤੇ ਉਹਨਾਂ ਦੀ ਮਾਤਾ ਲਾਡੋ ਬਾਈ ਇੱਕ ਸਧਾਰਨ ਜੀ ਘਰੇਲੂ ਮਹਿਲਾ ਸੀ। ਬਚਪਨ ਤੋਂ ਹੀ ਸਰਦਾਰ ਪਟੇਲ ਬਹੁਤ ਹੀ ਮਿਹਨਤੀ ਅਤੇ ਵਿਲੱਖਣ ਸ਼ਖਸੀਅਤ ਦੇ ਮਾਲਿਕ ਸਨ ਅਤੇ ਉਹਨਾਂ ਨੇ ਖੇਤੀਬਾੜੀ ਵਿੱਚ ਆਪਣੇ ਪਿਤਾ ਦੀ ਮਦਦ ਕੀਤੀ ਸੀ ਅਤੇ ਉਹਨਾਂ ਨੇ ਐਨਏ ਹਾਈ ਸਕੂਲ ਵਿੱਚ ਆਪਣੀ ਪੜ੍ਹਾਈ ਕੀਤੀ। ਉਹ ਬਹੁਤ ਹੀ ਸਮਝਦਾਰ ਅਤੇ ਹੁਸ਼ਿਆਰ ਵਿਦਿਆਰਥੀ ਸਨ। ਗਰੀਬੀ ਦੇ ਬਾਵਜੂਦ ਵੀ ਉਹਨਾਂ ਦੇ ਪਿਤਾ ਨੇ ਉਹਨਾਂ ਦੀ ਪੜ੍ਹਾਈ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਅਤੇ ਕਾਲਜ ਦੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਉਹਨਾਂ ਨੂੰ ਕਾਲਜ ਵਿੱਚ ਦਾਖਲਾ ਲੈਣ ਗਿਆ, ਪਰੰਤੂ ਉਹਨਾਂ ਨੇ
ਉਸ ਤੋਂ ਮਨਾ ਕਰ ਦਿੱਤਾ ਅਤੇ ਘਰ ਵਿੱਚ ਹੀ ਬੈਠ ਕੇ 3 ਸਾਲ ਤੱਕ ਉਹਨਾਂ ਨੇ ਆਪਣੀ ਜ਼ਿਲ੍ਹਾ ਨੇਤਾ ਦੀ ਪ੍ਰੀਖਿਆ ਲਈ ਸਖਤ ਮਿਹਨਤ ਨਾਲ ਤਿਆਰੀ ਕੀਤੀ ਅਤੇ ਚੰਗੇ ਨੰਬਰ ਲੈ ਕੇ ਪਾਸ ਹੋ ਗਏ। ਸਰਦਾਰ ਪਟੇਲ ਇੱਕ ਸੁਤੰਤਰ ਸੁਭਾਅ ਦੇ ਵਿਅਕਤੀ ਸਨ। ਉਹ ਅੰਗਰੇਜ਼ਾਂ ਦੇ ਅਧੀਨ ਰਹਿ ਕੇ ਕੋਈ ਵੀ ਕੰਮ ਕਰਨ ਵਿੱਚ ਨਫ਼ਰਤ ਕਰਦੇ ਸਨ। ਇਸ ਲਈ ਉਹਨਾਂ ਨੇ ਛੇਤੀ ਹੀ ਆਪਣੀ ਵਕਾਲਤ ਦੀ ਕਾਨੂੰਨੀ ਪੜ੍ਹਾਈ ਵਿੱਚ ਅਭਿਆਸ ਕਰਨ ਲੱਗੇ ਅਤੇ ਛੇਤੀ ਹੀ ਅਭਿਆਸ ਵਿੱਚ ਨਿਖਰ ਕੇ ਹੌਲੀ ਹੌਲੀ ਪੈਸੇ ਵੀ ਆਉਣ ਲੱਗੇ ਅਤੇ ਉਹਨਾਂ ਨੇ ਆਪਣੇ ਘਰ ਦੀ ਵਿੱਤੀ ਹਾਲਤ ਨੂੰ ਮਜ਼ਬੂਤ ਬਣਾ ਲਿਆ। ਅਤੇ ਉਸ ਤੋਂ ਬਾਅਦ ਉਹਨਾਂ ਨੇ 1904 ਵਿੱਚ ਛਾਬਰਬਾਈ ਨਾਮ ਦੀ ਔਰਤ ਨਾਲ ਵਿਆਹ ਕਰਵਾਇਆ ਅਤੇ ਉਸ ਤੋਂ ਬਾਅਦ 1905 ਵਿੱਚ ਉਹਨਾਂ ਦੀ ਇੱਕ ਬੇਟੀ ਮਨੀ ਬੈਨ ਦਾ ਜਨਮ ਹੋਇਆ ਅਤੇ ਉਸ ਤੋਂ ਬਾਅਦ ਉਹਨਾਂ ਦੇ ਇੱਕ ਬੇਟੇ ਦਹੈ ਦਾ ਜਨਮ ਹੋਇਆ। ਉਸ ਤੋਂ ਬਾਅਦ ਉਹ ਵਕਾਲਤ ਦੀ ਪੜ੍ਹਾਈ ਦੇ ਵਿੱਚ ਉਚੇਰੀ ਸਿੱਖਿਆ ਲਈ ਇੰਗਲੈਂਡ ਜਾਣਾ ਪਿਆ। ਉਸ ਤੋਂ ਬਾਅਦ 1918 ਵਿੱਚ ਉਹਨਾਂ ਨੇ ਬੈਰਿਸਟਰ ਦੇ ਰੂਪ ਵਿੱਚ ਭਾਰਤ ਵਾਪਸ ਆਏ ਅਤੇ ਮੁੰਬਈ ਵਿੱਚ ਅਭਿਆਸ ਸ਼ੁਰੂ ਕਰ ਦਿੱਤਾ। ਇੰਗਲੈਂਡ ਚਲੇ ਗਏ। 1913 ਵਿੱਚ ਉਹ ਭਾਰਤ ਵਾਪਸ ਆਏ ਅਤੇ ਉਹਨਾਂ ਨੇ ਅਹਿਮਦਾਬਾਦ ਵਿੱਚ ਅਭਿਆਸ ਸ਼ੁਰੂ ਕਰ ਦਿੱਤਾ। 1942 ਈਸਵੀ ਵਿੱਚ ਉਹਨਾਂ ਨੇ ਭਾਰਤ ਛੱਡੋ ਅੰਦੋਲਨ ਵਿੱਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਹਿੱਸਾ ਲਿਆ। ਅੰਦੋਲਨ ਦੌਰਾਨ ਉਹਨਾਂ ਨੂੰ ਤੇ ਕਈ ਹੋਰ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਅਹਿਮਦਾਬਾਦ ਦੀ ਜੇਲ੍ਹ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ। ਸਰਦਾਰ ਵੱਲਭ ਭਾਈ ਪਟੇਲ ਮਹਾਨ ਨਾਇਕ ਵਜੋਂ ਸਾਹਮਣੇ ਆਏ। ਉਹਨਾਂ ਨੇ ਆਜ਼ਾਦੀ ਦੀ ਲਹਿਰ ਵਿੱਚ 1560 ਰਿਆਸਤਾਂ ਅਤੇ ਉਹਨਾਂ ਦੇ ਏਕੀਕਰਨ ਨੂੰ ਮਹੱਤਵਪੂਰਨ ਭੂਮਿਕਾ ਨਿਭਾਈ। ਸਰਦਾਰ ਪਟੇਲ ਨੇ ਆਜ਼ਾਦੀ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਨ। ਉਹਨਾਂ ਨੇ ਰਾਸ਼ਟਰੀ ਏਕਤਾ ਤੇ ਰਾਸ਼ਟਰ ਨੂੰ ਇਕਜੁੱਟ ਕਰਨ ਲਈ ਯਤਨ ਕੀਤੇ ਜੋ ਕਿ ਸਫਲਤਾਪੂਰਵਕ ਸਾਹਮਣੇ ਆਏ ਹਨ। ਥੈਂਕ ਯੂ। Thank you, Amandeep Kaur. Sardar Patel's love for motherland was best described by Maulana Azad. He said he made his choice out of two courses that come before a man, namely, would he live for his country or for himself? Sardar chose his country. With this, I would like to invite Vanshika to represent her poem on unity. लो पुरुष की ऐसी छवि न देखी न सोची कभी, लो पुरुष की ऐसी छवि न देखी न सोची कभी। आवाज़ में सींग सी दहाड़ थी, आवाज़ में सींग सी दहाड़ थी, हृदय में कोमलता की पुकार थी। एकता का स्वरूप जो इसने रचा, एकता का स्वरूप जो इसने रचा, देश का मानचित्र पल भर में बदला। गरीबों का सरदार था वो, गरीबों का सरदार था वो, दुश्मनों के लिए लोहा था वो। आंधी की तरह बहता गया, ज्वालामुखी सा दखता गया, बनकर गांधी का हिंसा का शस्त्र, बनकर गांधी का हिंसा का शस्त्र, महकता गया विश्व में जैसे कोई ब्रह्महस्त्र। इतिहास की गलियारियाँ खोजती हैं जिसे, इतिहास की गलियारियाँ खोजती हैं जिसे, ऐसे सरदार पटेल अब न मिलते पूरे विश्व में, ऐसे ना सरदार पटेल अब न मिलते पूरे विश्व में। धन्यवाद। मैं अमन पसंद हूँ, मेरे शहरों में दंगा रहने दो, लाल और हरे को मत बांटो, मेरी छत पर तिरंगा रहने दो। विद दिस, जसविंदर सिंह, प्लीज़ कम ऑन द स्टेज टू शेयर योर व्यूज़ विद पोइम। ਸਤਿਕਾਰਯੋਗ ਪ੍ਰਿੰਸੀਪਲ ਸਾਹਿਬ, ਪ੍ਰੋਫੈਸਰ ਸਾਹਿਬਾਨ ਤੇ ਪਿਆਰੇ ਵਿਦਿਆਰਥੀ ਸਾਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਜਸਵਿੰਦਰ ਸਿੰਘ ਆਪਣੀ ਹੱਥ ਲਿਖੀ ਕਵਿਤਾ ਜਿਸ ਦਾ ਸਿਰਲੇਖ ਹੈ ਏਕਤਾ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ। ਏਕਤਾ ਭਾਈਚਾਰਾ ਇਕੱਠੇ ਰਹਿਣ ਦਾ ਹੀ ਨਾਮ ਹੈ ਏਕਤਾ, ਜੀਰੀ ਲਾਉਂਦੇ ਕਾਮਿਆਂ ਨੂੰ ਹੈ ਜੋ ਕਰਦੀ ਉਹ ਸਲਾਮ ਹੈ ਏਕਤਾ। ਇਨਕਲਾਬ ਦੇ ਨਾਅਰਿਆਂ ਦਾ ਇੱਕ ਨਹੀਂ ਸਾਰਿਆਂ ਦਾ, ਭਰ ਕੇ ਜਜ਼ਬੇ ਲੋਕਤੰਤਰ ਲੈ ਆਈ ਉਹ ਆਵਾਮ ਹੈ ਏਕਤਾ। ਇਕੱਠੇ ਖੇਡਦੇ ਬੱਚਿਆਂ ਨੂੰ ਰੋਂਦੇ ਰੋਂਦੇ ਵੀ ਦਿੰਦੀ ਹੈ ਹਸਾ, ਐਸਾ ਮਿੱਠਾ ਜਾਮ ਹੈ ਏਕਤਾ। ਹਰ ਪਾਸੇ ਖੁਸ਼ੀਆਂ ਤੇ ਚਾਨਣ ਮਨਾਰੇ, ਹੱਸਦੇ ਚਿਹਰਿਆਂ ਦੀ ਫਿਤਰਤ ਦਾ ਹੀ ਨਾਮ ਹੈ ਏਕਤਾ। ਜਦੋਂ ਕੋਈ ਨਾ ਸੁਣਦਾ ਬਾਤ ਜੀ, ਜਦੋਂ ਕੋਈ ਨਾ ਸੁਣਦਾ ਬਾਤ ਜੀ, ਵੱਡੀ ਉਮਰੇ ਵਡੇਰਿਆਂ ਦਾ ਦੁੱਖ ਸੁੱਖ ਹੈ ਵਡਾਉਂਦੀ, ਦੁੱਖ ਸੁੱਖ ਹੈ ਵਡਾਉਂਦੀ, ਵਾਂਗ ਪਾਉਂਦੇ ਦੀ ਸਾਂਖ ਜੀ ਉਹ ਹੈ ਏਕਤਾ। ਇਕੱਲੇ ਜੋ ਹੁੰਦਾ ਹੈ ਯੱਬ ਜੀ, ਇਕੱਲੇ ਜੋ ਹੁੰਦਾ ਹੈ ਯੱਬ ਜੀ, ਇਕੱਠੇ ਕਰੀਏ ਤਾਂ ਜਾਂਦਾ ਹੈ ਫੱਬ ਜੀ, ਉਸੇ ਹੀ ਸਫਲਤਾ ਦਾ ਰਾਜ਼ ਹੈ ਏਕਤਾ। ਜੋ ਅੱਜ ਜਸਵਿੰਦਰ ਤੋਂ ਲਿਖਤਾਂ ਲਿਖਾ ਰਹੀ ਹੈ, ਜੋ ਅੱਜ ਜਸਵਿੰਦਰ ਤੋਂ ਲਿਖਤਾਂ ਲਿਖਾ ਰਹੀ ਹੈ, ਤੁਹਾਡੇ ਸਾਰਿਆਂ ਦੇ ਪਿਆਰ ਦਾ ਹੀ ਮਿਜ਼ਾਜ ਹੈ ਏਕਤਾ, ਮਿਜ਼ਾਜ ਹੈ ਏਕਤਾ। ਧੰਨਵਾਦ। Thank you, Jaswinder Singh. Now I would like to invite
Khandveer Kaur with her speech on unity. ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ, ਪ੍ਰੋਫੈਸਰ ਸਾਹਿਬਾਨ ਤੇ ਸਾਥੀਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇੱਥੇ ਰਾਸ਼ਟਰੀ ਏਕਤਾ ਦਿਵਸ ਮਨਾਉਣ ਦੇ ਸੰਬੰਧ ਵਿੱਚ ਇਕੱਤਰ ਹੋਏ ਹਾਂ। ਨਾਲ ਦੇ ਸਾਥੀਆਂ ਨੇ ਦੱਸਿਆ ਵੀ ਕਿਸ ਤਰ੍ਹਾਂ ਇਸ ਦਿਨ ਦੀ ਸ਼ੁਰੂਆਤ ਕਿਵੇਂ ਤੇ ਕਿਉਂ ਹੋਈ। 31 ਅਕਤੂਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ। 2014 ਵਿੱਚ ਇਹਦੀ ਸ਼ੁਰੂਆਤ ਸਰਦਾਰ ਵੱਲਭ ਭਾਈ ਪਟੇਲ ਜੀ ਦੇ ਜਨਮ ਦਿਵਸ ਨੂੰ ਮੁੱਖ ਰੱਖਦੇ ਹੋਏ ਹੋਈ। ਇਸ ਦਿਨ ਦਾ ਮਕਸਦ ਦੇਸ਼ ਦੀ ਏਕਤਾ, ਸਾਡੀ ਕੌਮ ਦੀ ਅਖੰਡਤਾ, ਸੁਰੱਖਿਆ ਤੇ ਅੰਦਰੂਨੀ ਤਾਕਤਾਂ ਦੀ ਪੁਸ਼ਟੀ ਕਰਨਾ ਹੈ। ਜੇ ਅਸੀਂ ਸੋਚੀਏ ਕਿ ਅਜਿਹੇ ਦਿਨ ਮਨਾਉਣ ਦੀ ਲੋੜ ਹੀ ਕਿਉਂ ਪਈ, ਅਸੀਂ ਜਾਣਦੇ ਹਾਂ ਭਾਰਤ ਭਿੰਨਤਾਵਾਂ ਵਾਲਾ ਦੇਸ਼ ਹੈ। ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਧਰਮਾਂ, ਫਿਰਕੇ, ਸੱਭਿਆਚਾਰ, ਨਸਲਾਂ ਦੇ ਲੋਕ ਰਹਿੰਦੇ ਆ ਤੇ ਸੁਭਾਵਿਕ ਹੀ ਆ ਇਹਨਾਂ ਸਾਰਿਆਂ ਵਿੱਚ ਭਿੰਨਤਾਵਾਂ ਵੀ ਹੋਣਗੀਆਂ ਹੀ। ਇਹਨਾਂ ਵੱਖਰੇ-ਵੱਖਰੇ ਸੱਭਿਆਚਾਰਾਂ ਵਾਲੇ ਲੋਕਾਂ ਵਿੱਚ ਆਪਸੀ ਸਹਿਯੋਗ ਦੀ, ਆਪਸੀ ਏਕੇ ਦੀ ਭਾਵਨਾ ਨੂੰ ਵਿਕਸਿਤ ਕਰਨਾ ਹੀ ਰਾਸ਼ਟਰੀ ਏਕਤਾ ਦਾ ਮਕਸਦ ਹੈ। ਅਸੀਂ ਜਾਣਦੇ ਹਾਂ ਕਿ ਅਸੀਂ ਲੰਬਾ ਸਮਾਂ ਵਿਦੇਸ਼ੀ ਗੁਲਾਮੀ ਹੰਢਾਈ ਹੈ। ਉਹਨਾਂ ਵਿਦੇਸ਼ੀ ਸ਼ਾਸਕਾਂ ਨੇ ਆਪਦੇ ਹਿੱਤਾਂ ਦੀ ਰਾਖੀ ਲਈ ਸਾਡੇ ਤੇ ਆਪਣਾ ਰਾਜ ਕੀਤਾ। ਉਹਨਾਂ ਨੇ ਸਾਨੂੰ ਫੁੱਟ ਪਾਤੀ, ਫੁੱਟ ਪਾਓ ਰਾਜ ਕਰੋ ਦੀ ਨੀਤੀ ਅਪਣਾ ਕੇ ਸਾਨੂੰ ਇੱਕ ਦੂਜੇ ਦੇ ਹੀ ਵੈਰੀ ਬਣਾਤਾ। ਭਿਆਨਕ ਦੰਗੇ ਹੋਏ 47 ਦੀ ਵੰਡ ਵੇਲੇ ਤੇ ਇਹ ਦੰਗੇ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਚੱਲ ਰਹੇ ਆ, ਕਦੇ ਜਾਤੀ ਦੇ ਨਾਮ ਤੇ, ਕਦੇ ਨਸਲ ਦੇ ਨਾਮ ਤੇ, ਕਦੇ ਫਿਰਕੇ ਦੇ ਨਾਮ ਤੇ। ਇਸੇ ਕਰਕੇ ਤਾਂ ਸਾਡੇ ਦੇਸ਼ ਵਿੱਚ, ਸਾਡੀ ਕੌਮ ਵਿੱਚ ਆਪਸੀ ਸਹਿਯੋਗ ਦੀ ਭਾਵਨਾ ਕੋਈ ਬਹੁਤੀ ਵਿਕਸਿਤ ਨਹੀਂ ਹੋਈ। ਵੇਖੋ, ਅੱਜ ਅਸੀਂ ਆਜ਼ਾਦ ਆ। ਕੀ ਅਸੀਂ ਸੱਚੀ ਆਜ਼ਾਦ ਆ? ਸਾਡੀ ਸੋਚ ਤਾਂ ਬਹੁਤ ਤਕੜੀਆਂ ਜੰਜੀਰਾਂ ਨਾਲ ਕਸੀ ਹੋਈ ਹੈ। ਉਹਨੂੰ ਵੀ ਆਜ਼ਾਦ ਕਰਵਾ ਲਈਏ। ਫਿਰਕੇ ਦੇ ਨਾਂ ਤੇ ਜਾਤੀਵਾਦ ਦਾ ਜ਼ਹਿਰ, ਊਚ ਨੀਚ ਦੀ ਵਿਕਰਿਤ ਮਾਨਸਿਕ ਪ੍ਰਥਾ, ਅਮੀਰ ਗਰੀਬ ਦੀ ਡੂੰਘੀ ਖਾਈ, ਇਹਨਾਂ 'ਚ ਤਾਂ ਅਸੀਂ ਇੰਨੇ ਬੁਰੀ ਤਰ੍ਹਾਂ ਧੱਸ ਗਏ ਹਾਂ, ਕਈ ਵਾਰ ਅਸੀਂ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ। ਹਰ ਕੌਮ ਵਿੱਚ, ਹਰ ਦੇਸ਼ ਵਿੱਚ ਭਿੰਨ-ਭਿੰਨ ਅਤੇ ਵੱਖਰੇ-ਵੱਖਰੇ ਵਿਚਾਰਾਂ ਵਾਲੇ ਲੋਕ ਵਸਦੇ ਆ, ਪਰ ਜੇ ਉਹ ਆਪਸ ਵਿੱਚ ਇਕਜੁੱਟ ਹੋ ਕੇ ਰਹਿਣਗੇ ਤਾਂ ਹੀ ਸੁਚੱਜੇ ਰੂਪ ਵਿੱਚ ਕੋਈ ਸਮਾਜ ਤਰੱਕੀ ਕਰ ਸਕਦਾ ਹੈ। ਅੱਜ ਤਾਂ ਸਾਡੇ ਹੱਥ ਦੀਆਂ ਸਾਰੀਆਂ ਉਂਗਲਾਂ ਵੱਖਰੇ-ਵੱਖਰੇ ਸਾਈਜ਼ ਦੀਆਂ, ਪਰ ਮੁੱਠੀ ਬੰਦ ਕਰਨ ਵੇਲੇ ਤਾਂ ਸਾਰਿਆਂ ਨੂੰ ਇਕੱਠੇ ਹੋਣਾ ਪੈਂਦਾ। ਜੇ ਆ 3 ਨੰਬਰ ਵਾਲੀ ਉਂਗਲ ਕਹਿੰਦੇ ਮੈਂ ਤਾਂ ਨਹੀਂ ਤੁਹਾਡੇ ਨਾਲ ਰਲਦੀ, ਅਸੀਂ ਮੁੱਠੀ ਬੰਦ ਕਰ ਲਾਂਗੇ, ਨਹੀਂ, ਇਹਨਾਂ ਨੂੰ ਇਕੱਠੇ ਹੋ ਕੇ ਮੁੱਠੀ ਬੰਦ ਕਰਨੀ ਪੈਂਦੀ, ਫੇਰ ਹੀ ਮੁੱਠੀ ਬੰਦ ਹੁੰਦੀ ਹੈ। ਜੇ ਅਸੀਂ ਦੋਵਾਂ ਕਨੇ ਉਧਰ ਨੂੰ ਕਰ ਲਿਆ, ਚਾਰਾਂ ਕਨੇ ਉਧਰ ਨੂੰ ਕਰ ਲਿਆ ਤੇ ਅਸੀਂ ਕਿਹੜਾ ਮੈਦਾਨ ਸਾਰ ਕਰ ਲਾਂਗੇ। ਹੁਣ ਅਸੀਂ ਇਹ ਵੀ ਨਹੀਂ ਲੈਣਾ ਵੀ ਸਾਨੂੰ ਅੱਜ ਕਿਹਾ ਗਿਆ ਹੈਗਾ ਵੀ ਅਸੀਂ ਉੱਥੇ ਇਕੱਤਰ ਹੋਣਾ ਹੈ, ਆਪਸ ਵਿੱਚ ਮਿਲ ਜੁਲ ਕੇ ਰਹਿਣਾ, ਸਹਿਯੋਗ ਨਾਲ ਅਸੀਂ ਇਕੱਠੇ ਹੋ ਕੇ ਉੱਥੇ ਜਾਈਏ, ਲੜਾਈ ਝਗੜਾ ਕਰੀਏ, ਕਿਸੇ ਦੇ ਫੇਰੇ ਅੱਗੇ 4 ਛਿੱਤਰ। ਅਸੀਂ ਕਿ ਇਹੀ ਤਾਂ ਯੂਨਿਟੀ ਹੈ। ਇਹ ਯੂਨਿਟੀ ਨਹੀਂ ਹੈਗੀ। ਅਸੀਂ ਇਕੱਠੇ ਹੋਣਾ ਆ ਕਿਸੇ ਸੁਚੱਜੇ ਕਾਰਜ ਵਾਸਤੇ। ਸਾਡੇ ਸਮਾਜ ਦੀ, ਸਾਡੀ ਕੌਮ ਦੀ, ਸਾਡੇ ਰਾਸ਼ਟਰ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਜੇ ਸ਼ੁਰੂਆਤ ਅਸੀਂ ਆਪਦੇ ਤੋਂ ਕਰੀਏ, ਸਾਡੇ ਪਰਿਵਾਰ ਤੋਂ, ਹੌਲੀ-ਹੌਲੀ ਸਮਾਜ ਤੋਂ, ਤੇ ਫਿਰ ਆਪਾਂ ਸਾਰੇ ਸਮਾਜ ਦੇ ਮੇਲਾਂ ਨਾਲ ਹੀ ਰਾਸ਼ਟਰੀ ਏਕਤਾ ਵਿੱਚ ਵਾਧਾ ਹੋਊ। ਕਹਿੰਦੇ ਨੇ ਨਾ, ਸਹੀ ਦਿਸ਼ਾ ਵਿੱਚ ਚੱਲਿਆ ਇੱਕ ਕਦਮ ਹੀ ਕਾਫਲੇ ਮਗਰ ਲਾ ਲੈਂਦਾ ਹੈ। ਧੰਨਵਾਦ। Thank you, Khandveer Kaur. मंदिर में दाना चुगकर चिड़िया मस्जिद में पानी पीती है। मैंने सुना है राधा की चुनरी कोई सलमा बेगम सीती है। एक रफ़ी था महफिल महफिल रघुपति राघव गाता था। एक प्रेमचंद बच्चों को ईदगाह सुनाता था। कभी कन्हैया की महिमा गाता रसखान सुनाई देता है। औरों को दिखते होंगे हिंदू और मुसलमान, मुझे तो हर एक में इंसान दिखाई देता है। मुझे तो हर एक में इंसान दिखाई देता है। With this, I would like to invite Gurpreet Kaur with her beautiful poem.
ਇਸ ਹਾਲ 'ਚ ਬਿਰਾਜਮਾਨ ਸਮੂਹ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਸਾਹਮਣੇ ਆਪਣੀ ਇੱਕ ਹੱਥ ਲਿਖਤ ਰਚਨਾ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਸਿਰਲੇਖ ਹੈ ਰੱਬ ਦੇ ਬੰਦੇ। ਇਹ ਜਾਤਾਂ ਪਾਤਾਂ ਦੇ ਜੋ ਫੰਦੇ ਨੇ, ਇਹ ਸੱਚੀ ਬੜੇ ਹੀ ਮੰਦੇ ਨੇ। ਇੱਕੋ ਖੂਨ ਹੈ ਸਭਨਾਂ ਦੇ ਵਿੱਚ, ਉਂਝ ਸਾਰੇ ਰੱਬ ਦੇ ਬੰਦੇ ਨੇ, ਉਂਝ ਸਾਰੇ ਰੱਬ ਦੇ ਬੰਦੇ ਨੇ। ਧਰਮਾਂ ਦੇ ਨਾਮ ਤੇ ਵੰਡ ਦੇਣਾ, ਧਰਮਾਂ ਦੇ ਨਾਮ ਤੇ ਵੰਡ ਦੇਣਾ, ਇਹ ਬੰਦ ਦਾ ਮਾਹੌਲ ਹੈ ਜੰਗ ਜਿਹਾ। ਇਹ ਸਭ ਪਖੰਡੀਆਂ ਦੇ ਧੰਦੇ ਨੇ, ਉਂਝ ਸਾਰੇ ਰੱਬ ਦੇ ਬੰਦੇ ਨੇ, ਉਂਝ ਸਾਰੇ ਰੱਬ ਦੇ ਬੰਦੇ ਨੇ। ਮੰਜ਼ਿਲ ਸਭ ਦੀ ਇੱਕੋ ਹੈ, ਮੰਜ਼ਿਲ ਸਭ ਦੀ ਇੱਕੋ ਹੈ, ਰਾਹ ਵੱਖੋ ਵੱਖਰੇ ਹੋ ਸਕਦੇ। ਕਿਸੇ ਦੇ ਰਾਹ ਵਿੱਚ ਫੁੱਲ ਖਿੜੇ ਤੇ ਕਿਸੇ ਦੇ ਰਾਹ ਵਿੱਚ ਕੰਡੇ ਨੇ, ਉਂਝ ਸਾਰੇ ਰੱਬ ਦੇ ਬੰਦੇ ਨੇ, ਉਂਝ ਸਾਰੇ ਰੱਬ ਦੇ ਬੰਦੇ ਨੇ। अनेक अंदर भी एक रहो, अनेक अंदर भी एक रहो, माड़े नाल भी नेक रहो, माड़े नाल भी नेक रहो। इंसान अंदर इंसानियत जरूरी, इंसान अंदर इंसानियत जरूरी। उंज कुछ चंगे ने कुछ मंदे ने, पर सारे रब दे बंदे ने, पर सारे रब दे बंदे ने। धन्यवाद। Let's join hands together with unity. It is a way to victory. Simajit Kaur, please come on the stage with your poem. Respected Principal Sir, teachers and all my dear friends, a very good morning to all of you. Here I would like to discuss my poem on National Unity Day, 31st day of October, birthday of Sardar Patel. Day of our unity, day of our victory. Divided by cultures, divided by language. We all are one, we all are equal. We are not Hindu, we are not Muslim, we are not Christian, we are not Sikh, and we are not North Indian and South Indian. We all are equal, we all are one. Unity is strength, unity is togetherness. We all are equal, we all are Indians. If we are united, we are not frightened. Let's join hands together for unity. It is the way of our victory. Thank you. Poem allowing us to think more deeply about an image. Keeping this in mind, I would like to invite Harpreet Kaur with her poem. Respected Principal Sir, teachers and my dear friends, good morning to all of you. मैं आज आपके सामने राष्ट्रीय दिवस पर संबंधित एक कविता पेश करने जा रही हूँ। राष्ट्र की एकता ही है उसका आधार, ना थोपो उस पर सांप्रदायिक विचार। क्यों करते हो भेद ईश्वर के बंदों में, हर मजहब सिखाता है प्रेम बांटना सब में। क्यों करते हो वे वैचारिक लड़ाई, बनता है एक भारत माँ के लिए दुखदाई। एक भूमि का टुकड़ा नहीं है मेरा देश, मेरी माँ का है यह सुंदर परिवेश। इसके उद्धार में ही है अलौकिक प्रकाश, सबके साथ ही है सबका विकास। एकता ही है अंत दुखों का, एकता में ही है कल्याण अपनों का। धन्यवाद। Thank you, Harpreet Kaur. राष्ट्रीय एकता दिवस के मौके पर एकता को दर्शाते हुए हम शपथ लेंगे। इसी के साथ सभी विद्यार्थी और टीचर साहिबान खड़े होकर अपना राइट हैंड उठाएंगे ताकि हम शपथ ग्रहण कर सकें। मैं सत्य निष्ठा से शपथ लेता हूँ कि मैं सत्य निष्ठा से शपथ लेता हूँ कि मैं राष्ट्र की एकता, मैं राष्ट्र की एकता, अखंडता अखंडता और सुरक्षा को बनाए रखने के लिए स्वयं को समर्पित करूँगा और अपने देशवासियों के बीच यह संदेश फैलाने का भी भरसक प्रयत्न करूँगा। मैं ये शपथ अपने देश की एकता की भावना से ले रहा हूँ, जिसे सरदार वल्लभ भाई पटेल की दूरदर्शिता एवं कार्यों द्वारा संभव बनाया जा सका। मैं अपने देश की आंतरिक सुरक्षा सुनिश्चित करने के लिए अपना योगदान करने का भी सत्य निष्ठा से संकल्प करता हूँ।
Thank you for watching.